साहिब जी। जाम गुरु होए वल तनै क्या गारव दिजै। जाम गुरु होए वल लख बाहें क्या कीजै। जाम गुरु होए वल ज्ञान अर ध्यान अनन पर। जाम गुरु होए वल शब्द साखी सो सच है घर। जो गुरु गुरु अहनिस जपै दास भट बेनत कहै। जो गुरु नाम रिद मह धरै से जन्म मरण दोह थे रहै। कबीर कसौटी राम की झूठा टिकै ना कोय। राम कसौटी सो सहै जो मर जीवा होय। राम कसौटी सो सहै जो मर जीवा हो। परम सन्मान योग शब्द गुरु गुरु ग्रंथ साहब महाराज जी दे सजे हुए मुबारक दरबार दियां हाजरियां पर रहे गुरु सवारे सतसंगी जनों, बड़े अदब बड़े सत्कार सहित आप जी ने गुरु सवारियां पासों पातशाह दी पावन बाणी दा कीर्तन श्रवण कीता है। आओ कुछ समय लई सतगुरां दी पावन बाणी दी विचार नाल अपणियां बिरतियां नूं जोड़न दी कोशिश करिए। गुरमत विचारां दी आरंभता करन तो पहलां सारी संगत दशमेश पिता जी दी बख्शिश कीती हुई फतेह बुलंद आवाज विच सांझी करो। आखो जी वाहिगुरु जी का खालसा वाहिगुरु जी की फतेह। कबीर साहब जी जिन्हां दा एक पावन श्लोक उन्हां दी पवित्र बाणी विचों दास ने पढ़दियां आप जी दे नाल सांझा कीता है। चंद कुछ मिनटां विच आपां कोशिश करनी है उन्हां दे इस पावन श्लोक दी गहराई नूं भाव नूं वो की कहना चाहुंदे हन उस नूं आपां समझण दी मशक्कत कर सकीए। इस समय के दौरान कसौटी कसवटी नूं कहंदे हन। कसवटी शब्द दा हुंदा है, कशवटी शब्द तो यह शब्द बनिया। सुनियारे की दुकान उत्ते जिथे वो सोने के गहने बना के वेचदा है ते खरीददा है, उसदे कोल परखण दा इको ही एक संद है, इको एक वस्तु है। वो है एक पत्थर का निक्का जिहा हिस्सा, एक टुकड़ा जिस उपर वो रगड़ के उसदे खरे ते खोटे होने की पछाण करता है। संसार के अंदर जिस राह का बंदा पांधी होवे, जिहड़ा काम करदा होवे, उस काम विच जदों उहनूं बहुत ज़्यादा मुहारत हो जाती, वो एक्सपर्ट हो जाता है, उस वेले उसनूं उस काम के गुणां दा, उस काम के अवगुणां दा, फायदे का नुकसान का इन्ना डूंगा तजर्बा हो जाता है कि वो दूसरिਆਂ ਨੂੰ मत देने जोगा हो जाता है, दसन जोगा हो जाता है कि की करना चाहिए है। आखदे ने कोई व्यक्ति बड़ा गरीब हो गया
ਉਸ ਦੇ ਕੋਲ ਕੁਝ ਨਾ ਰਿਹਾ ਵਰਤਣ ਵਾਸਤੇ, ਤੇ ਇੱਕ ਮੂਰਤੀ ਆਪਣੇ ਘਰੋਂ ਜਿਹਦੀ ਕਿ ਉਹ ਪੂਜਾ ਕਰਦਾ ਆ ਰਿਹਾ ਸੀ, ਚੁੱਕ ਕੇ ਉਸ ਸੁਨਿਆਰੀ ਦੀ ਦੁਕਾਨ ਤੇ ਚਲਿਆ ਗਿਆ। ਕਹਿਣ ਲੱਗਿਆ ਇਸ ਨੂੰ ਮੈਂ ਵੇਚਣਾ ਹੈ। ਹੁਣ ਉਹਨੇ ਦੋ ਕੰਮ ਪਹਿਲਾਂ ਕੀਤੇ। ਪਹਿਲਾਂ ਉਹਨੇ ਉਹਨੂੰ 4 ਚੁਫੇਰਿਓਂ ਕਸਵੱਟੀ ਲਾ ਕੇ ਵੇਖਿਆ, ਫਿਰ ਉਹਨੇ ਉਹਨੂੰ ਤੋਲਿਆ ਤੇ ਪੈਨ ਚੁੱਕ ਕੇ ਕਾਗਜ਼ ਦੇ ਉੱਤੇ ਉਹਦਾ ਵੇਟ ਜਿੰਨਾ ਬਣਦਾ ਸੀ ਉਹ ਲਿਖ ਦਿੱਤਾ, ਤੇ ਜਿੰਨਾ ਕੁ ਉਹਦੀ ਕੀਮਤ ਬਣਦੀ ਸੀ ਉਹ ਨੋਟ ਕਰਕੇ ਨਾਲ ਉਹ ਪਰਚੀ ਜਿਹੜੀ ਸੀ ਗਾਹਕ ਦੇ ਹੱਥ ਵਿੱਚ ਦਿੰਦਿਆਂ ਕਿਹਾ, ਇਹਦੀ ਇੰਨੀ ਕੀਮਤ ਬਣੀ ਹੈ ਤੇ ਇੰਨਾ ਇਹਦਾ ਵੇਟ ਬਣਿਆ, ਇੰਨਾ ਇਹਦਾ ਭਾਰ ਹੈ, ਵਜ਼ਨ ਹੈ, ਤੇ ਇੰਨੇ ਪੈਸੇ ਬਣਦੇ ਨੇ, ਇਸ ਤੋਂ ਵੱਧ ਮੈਂ ਨਹੀਂ ਦੇ ਸਕਾਂਗਾ। ਜਦੋਂ ਪਰਚੀ ਆਪਣੇ ਹੱਥ ਵਿੱਚ ਗਾਹਕ ਨੇ ਲਈ ਤੇ ਉਹ ਚਿल्ला ਉੱਠਿਆ, ਚੀਕ ਉੱਠਿਆ, ਕਹਿਣ ਲੱਗਿਆ ਕਮਾਲ ਕਰਦਾ ਹੈ ਤੂੰ, ਇਹ ਮੂਰਤੀ ਭਗਵਾਨ ਦੀ ਹੈ ਜਿਹੜੀ ਮੈਂ ਵੇਚਣ ਵਾਸਤੇ ਆਇਆ, ਤੇ ਤੈਨੂੰ ਪਤਾ ਹੈ ਕਈ ਪੀੜ੍ਹੀਆਂ ਤੋਂ ਇਹਦੀ ਪੂਜਾ ਸਾਡੇ ਘਰ ਹੁੰਦੀ ਆ ਰਹੀ ਹੈ, ਕਿੰਨੀਆਂ ਇਹਦੇ ਸਾਹਮਣੇ ਅਰਦਾਸਾਂ ਹੋਈਆਂ ਨੇ, ਕਿੰਨੀ ਇਹਨੂੰ ਭੇਟਾ ਚੜੀ ਹੈ, ਕਿੰਨੇ ਇਹਦੇ ਸਾਹਮਣੇ ਨੱਕ ਰਗੜੇ ਗਏ, ਮੱਥੇ ਟੇਕੇ ਗਏ, ਕਿੰਨੀ ਇਹਦੇ ਸਾਹਮਣੇ ਭਜਨ ਬੰਦਗੀ ਕੀਤੀ ਗਈ। ਇਹ ਉਹ ਮੂਰਤੀ ਹੈ ਜਿਹੜੀ ਕਈ ਪੀੜ੍ਹੀਆਂ ਤੋਂ ਸਾਡੇ ਘਰ ਵਿੱਚ ਪੂਜੀ ਜਾਂਦੀ ਰਹੀ ਹੈ, ਪਰ ਅੱਜ ਮੁਸੀਬਤ ਐਸੀ ਬਣੀ ਇਹਨੂੰ ਵੇਚਣਾ ਪੈ ਰਿਹਾ। ਤੂੰ ਇਹਦੀ ਕੀਮਤ ਇੰਨੀ ਕੀ ਲਾਈ, ਇੰਨਾ ਕੀ ਇਹਦਾ ਵਜ਼ਨ ਹੈ ਤੇ ਇੰਨੀ ਕੀ ਇਹਦੀ ਕੀਮਤ ਹੈ। ਦੁਕਾਨਦਾਰ ਮੁਸਕਰਾ ਪਿਆ, ਕਹਿਣ ਲੱਗਿਆ ਭਰਾਵਾ, ਨਾ ਤਾਂ ਮੈਂ ਭਗਵਾਨ ਖਰੀਦਣ ਤੇ ਵੇਚਣ ਦੀ ਦੁਕਾਨ ਪਾਈ ਹੈ, ਨਾ ਮੈਂ ਭਗਵਾਨ ਖਰੀਦਦਾ ਤੇ ਨਾ ਮੈਂ ਵੇਚਦਾ। ਤੇਰੇ ਵਾਸਤੇ ਭਗਵਾਨ ਹੋਏਗਾ, ਪਰ ਮੇਰੀ ਕਸਵੱਟੀ ਨੇ ਇਹ ਗੱਲ ਸਾਬਤ ਕੀਤੀ ਹੈ ਵੀ ਇਹ ਸ਼ੁੱਧ ਸੋਨੇ ਦਾ ਨਹੀਂ। ਮੇਰੀ ਕਸਵੱਟੀ ਨੇ ਇਹ ਗੱਲ ਸਾਬਤ ਕਰ ਦਿੱਤੀ ਵੀ ਇਹ ਸ਼ੁੱਧ ਨਹੀਂ, ਇਹਦੇ ਚ ਬੜੀ ਮਿਲਾਵਟ ਹੈ, ਤਾਂਬਾ ਮਿਲਿਆ ਹੋਇਆ ਹੈ, ਪਿੱਤਲ ਮਿਲਿਆ ਹੋਇਆ ਹੈ, ਉਹਦੇ ਤੇ ਝਾਲ ਫੇਰੀ ਗਈ ਹੈ ਸੋਨੇ ਦੀ, ਤੇ ਮੇਰਾ ਇਸ ਕੰਡੇ ਨੇ ਤੋਲਣ ਵਾਲੀ ਚੀਜ਼ ਨੇ ਜਿੰਨਾ ਇਹਦਾ ਵਜ਼ਨ ਕੀਤਾ, ਮੈਂ ਉਸ ਹਿਸਾਬ ਨਾਲ ਹਿਸਾਬ ਕੱਢ ਕੇ ਤੇਰੇ ਸਾਹਮਣੇ ਲਿਆ ਕੇ ਸਾਰਾ ਰਿਜ਼ਲਟ ਕਰ ਦਿੱਤਾ ਹੈ ਵੀ ਇੰਨਾ ਇਹਦੇ ਚ ਸੋਨਾ ਹੈ ਤੇ ਇੰਨੀ ਮਿਲਾਵਟ ਹੈ, ਇੰਨਾ ਇਹਦਾ ਵਜ਼ਨ ਬਣਦਾ ਹੈ ਤੇ ਇੰਨੇ ਕੁ ਪੈਸੇ ਮੈਂ ਦੇ ਸਕਦਾ। ਹੁਣ ਬਾਕੀ ਤੇਰੀ ਮਰਜ਼ੀ ਹੈ, ਤੂੰ ਇਹਨੂੰ ਵੇਚਣਾ ਹੈ ਕਿ ਨਹੀਂ ਵੇਚਣਾ। ਮੈਂ ਇਸ ਜਗ੍ਹਾ ਦੇ ਉੱਤੇ ਨਾ ਭਗਵਾਨ ਖਰੀਦਣਾ ਹੈ ਤੇ ਨਾ ਭਗਵਾਨ ਵੇਚਣਾ ਹੈ, ਕਿਉਂਕਿ ਭਗਵਾਨ ਦੀ ਮੈਂ ਕੀਮਤ ਨਹੀਂ ਲਾਉਂਦਾ। ਤੇ ਰਹੀ ਗੱਲ ਕਈ ਪੀੜ੍ਹੀਆਂ ਇਹਨੂੰ ਮੱਥੇ ਟੇਕਣ ਦੀ, ਕਈ ਪੀੜ੍ਹੀਆਂ ਇਹਦੇ ਸਾਹਮਣੇ ਅਰਦਾਸਾਂ ਕਰਨ ਦੀ, ਉਹ ਤੇਰੀ ਆਸਥਾ ਹੋ ਸਕਦੀ ਹੈ, ਪਰ ਮੇਰੀ ਕਸਵੱਟੀ ਤਾਂ ਇਹਦੇ ਖਰੇ ਤੇ ਖੋਟੇ ਰੂਪ ਨੂੰ ਹੀ ਜਾਣਦੀ ਹੈ, ਬਾਕੀ ਕਿਸੇ ਗੱਲ ਨੂੰ ਨਹੀਂ ਜਾਣਦੀ। ਮੇਰੀ ਕਸਵੱਟੀ ਨੂੰ ਇਸ ਗੱਲ ਨਾਲ ਕੀ ਮਤਲਬ ਵੀ ਤੂੰ ਕਿੰਨੀਆਂ ਅਰਦਾਸਾਂ ਕੀਤੀਆਂ ਨੇ, ਕਿੰਨੇ ਮੱਥੇ ਟੇਕੇ ਨੇ, ਕਿੰਨੀ ਵਾਰ ਇਹਦੇ ਸਾਹਮਣੇ ਖਲੋ ਕੇ ਤੂੰ ਗਿੜਗਿੜਾਇਆ, ਕਿੰਨੀਆਂ ਇਹਨੂੰ ਭੇਟਾਂ ਚਾੜੀਆਂ, ਧੂਪਾਂ ਦਿੱਤੀਆਂ। ਮੇਰੀ ਕਸਵੱਟੀ ਨੂੰ ਤਾਂ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ। ਉਹਨੇ ਤੇ ਖਰਾ ਖੋਟਾ ਪਰਖਣਾ ਸੀ, ਪਰਖ ਕੇ ਮੇਰੇ ਸਾਹਮਣੇ ਰਿਜ਼ਲਟ ਕੱਢ ਦਿੱਤਾ ਹੈ, ਸੋ ਮੈਂ ਤੈਨੂੰ ਦੱਸ ਦਿੱਤਾ ਹੈ। ਇਸ ਤੋਂ ਵੱਧ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ। ਤੂੰ ਕਿਸੇ ਵੀ ਐਸੇ ਪਾਰਖੂ ਸੁਨਿਆਰੇ ਕੋਲ ਜਾਏਗਾ, ਤੈਨੂੰ ਇਹੋ ਹੀ ਉੱਤਰ ਮਿਲੇਗਾ, ਇਹੋ ਹੀ ਤੈਨੂੰ ਉੱਤਰ ਮਿਲੇਗਾ ਇਸ ਗੱਲ ਵਿੱਚੋਂ, ਹੋਰ ਦੂਸਰੀ ਕੋਈ ਗੱਲ ਨਹੀਂ ਮਿਲੇਗੀ। ਕਿਉਂਕਿ ਸੋਨਾ ਖਰੀਦਣ ਤੇ ਵੇਚਣ ਵਾਲੇ ਨੇ, ਕਸਵੱਟੀ ਦੇ ਉੱਤੇ ਪਰਖਣਾ ਹੈ। ਇਹ ਸਾਖੀ, ਇਹ ਕਹਾਣੀ ਇੱਕ ਰਿਜ਼ਲਟ ਕੱਢਦੀ ਹੈ, ਇੱਕ ਸਿੱਖਿਆ ਸਾਡੇ ਸਾਹਮਣੇ ਰੱਖਦੀ ਹੈ। ਬੰਦਿਆ, ਸੰਸਾਰ ਵਿੱਚ ਭਾਵੇਂ ਤੂੰ ਭਗਵਾਨ ਬਣਿਆ ਫਿਰੇ, ਭਾਵੇਂ ਤੂੰ ਰੱਬ ਬਣਿਆ ਫਿਰੇ, ਭਾਵੇਂ ਸੰਸਾਰ ਵਿੱਚ ਤੂੰ ਬਹੁਤ ਸ਼ਿੰਗਾਰੇ ਹੋਏ ਜੀਵਨ ਦਾ ਮਾਲਕ ਕਮਾਉਣ ਵਾਲਾ ਹੋਵੇ, ਪਰ ਕਦੇ ਆਪਣੇ ਮਨ ਨੂੰ, ਆਪਣੇ ਜੀਵਨ ਨੂੰ ਸੱਚ ਦੀ ਕਸਵੱਟੀ ਤੇ ਲਾ ਕੇ ਵੇਖ। ਉਹਨੇ ਤੇਰੇ ਸ਼ਿੰਗਾਰ ਨੂੰ ਨਹੀਂ ਵੇਖਣਾ। ਕਿੰਨੀ ਦੁਨੀਆ ਤੇਰੇ ਮਗਰ ਇਸ ਗੱਲ ਨਾਲ ਵੀ ਉਹਨੂੰ ਕੋਈ ਮਤਲਬ ਨਹੀਂ, ਕਿੰਨਾ ਜ਼ਮਾਨਾ ਤੈਨੂੰ ਪੂਜਦਾ ਇਸ ਗੱਲ ਨਾਲ ਵੀ ਉਹਨੂੰ ਕੋਈ ਮਤਲਬ ਨਹੀਂ, ਕਿੰਨੇ ਲੋਕ ਤੇਰੇ ਲੰਘਣ ਉੱਤੇ ਹੱਥ ਜੋੜ ਕੇ ਖਲੋ ਜਾਂਦੇ ਨੇ, ਇਸ ਗੱਲ ਨਾਲ ਵੀ ਉਹਨੂੰ ਕੋਈ ਮਤਲਬ ਨਹੀਂ। ਤੇ ਕੀ ਕਰਨਾ ਚਾਹੀਦਾ ਹੈ? ਜੇ ਬੰਦੇ ਨੇ ਆਪਣੀ ਔਕਾਤ ਵੇਖਣੀ ਹੋਵੇ ਤੇ ਦਾਤਾ ਜੀ ਕਹਿੰਦੇ ਨੇ, ਮਨ ਸੱਚ ਕਸਵੱਟੀ ਲਾਈਐ ਤੁਲੀਐ ਪੂਰੇ ਤੋਲ। ਆਪਣੇ ਮਨ ਨੂੰ ਸੱਚ ਦੀ ਕਸਵੱਟੀ ਉੱਤੇ ਬੰਦਿਆ ਪਰਖਦਾ ਰਹੇ। ਜੇ ਆਪਣਾ ਖੋਟ ਅੰਦਰੋਂ ਝਾੜਨਾ ਹੈ, ਤੇ ਜਦੋਂ ਸੁਨਿਆਰ ਸੋਨਾ ਉਠਾਲੀ ਚ ਪਾ ਕੇ ਨਾ, ਭਾਂਡੇ ਚ ਪਾ ਕੇ ਉਹਦੇ ਚ ਸੁਹਾਗਾ ਪਾਉਂਦਾ ਹੈ, ਕੈਮੀਕਲ ਪਾ ਕੇ ਉਹਨੂੰ ਅੱਗ ਤੇ ਰੱਖਦਾ ਹੈ, ਉਹ ਸੋਨਾ ਪਿਘਲਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਉਹ ਪਿਘਲਦਾ ਹੈ ਤੇ ਉਹ ਬੜਾ ਤੜਪਦਾ ਹੈ। ਜਿੰਨਾ ਚਿਰ ਉਹ ਸ਼ੁੱਧ ਨਾ ਹੋ ਜਾਏ, ਉਹਦੇ ਅੰਦਰ ਦੀ ਮਿਲਾਵਟ ਸੜ ਨਾ ਜਾਵੇ ਅੱਗ ਦੇ ਵਿੱਚ,
ਉਹਨਾਂ ਚਿਰ ਉਹ ਸੋਨਾ ਕੁਠਾਲੀ ਦੇ ਵਿੱਚ ਭਟਕਦਾ ਰਹਿੰਦਾ ਹੈ, ਉਹਦੀ ਹਲਚਲ ਹੁੰਦੀ ਰਹਿੰਦੀ ਹੈ। ਪਰ ਜਿਸ ਵੇਲੇ ਉਹਦੇ ਅੰਦਰ ਦੀ ਮਿਲਾਵਟ ਸੜ ਜਾਏ ਉਹ ਟਿਕ ਜਾਂਦਾ ਹੈ, ਫਿਰ ਉਹਦੀ ਹਲਚਲ ਨਹੀਂ ਹੁੰਦੀ। ਤੇ ਜਦੋਂ ਉਹ ਬਿਲਕੁਲ ਉਹਦਾ ਅੰਦਰ ਦਾ ਖੋਟ ਜਿਹੜਾ ਹੈ ਉਹ ਅੱਗ ਦੇ ਉੱਤੇ ਰੱਖਿਆ ਹੋਇਆ ਸੜ ਜਾਏ, ਖਤਮ ਹੋ ਜਾਏ, ਉਸ ਸ਼ੁੱਧ ਸੋਨੇ ਦੀ ਜਿਹੜੀ ਵਸਤੂ ਬਣਾਉਂਦਾ ਹੈ ਉਹ ਸੁਨਿਆਰ, ਫਿਰ ਉਹਦਾ ਰੇਟ ਅਲੱਗ ਲੱਗਦਾ ਹੈ, ਜਿਹਦੇ 'ਚ ਕੋਈ ਮਿਲਾਵਟ ਨਹੀਂ ਹੁੰਦੀ। ਇਹ ਵੀ ਇੱਕ ਤਰੀਕਾ ਹੈ ਸੋਨੇ ਨੂੰ ਛਾਂਟਣ ਦਾ, ਉਸ ਦੇ ਵਿੱਚੋਂ ਖੋਟ ਕੱਢ ਕੇ ਉਸ ਨੂੰ ਸ਼ੁੱਧ ਕਰ ਦੇਣ ਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਗੁਰੂ ਜਦੋਂ ਤੈਨੂੰ ਸ਼ਬਦ ਦੀ ਕਸਵੱਟੀ ਤੇ ਪਰਖਦਾ ਹੈ ਤੇ ਸਤ ਸੰਗਤ ਦੀ ਕੁਠਾਲੀ 'ਚ ਪਾ ਦਿੰਦਾ ਹੈ। ਕਈ ਵਾਰ ਮੈਂ ਸੋਚਦਾ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਨਮਸਕਾਰ ਕਰਦੇ ਹਾਂ ਬੜੀ ਸ਼ਰਧਾ ਨਾਲ, ਬੜੇ ਸਤਿਕਾਰ ਨਾਲ, ਪਰ ਕਈ ਵਾਰ ਸਾਨੂੰ ਗੁਰੂ ਦੀ ਕਈ ਗੱਲ ਪਸੰਦ ਨਹੀਂ ਹੁੰਦੀ। ਗੌਰ ਕਰਨਾ, ਅਸੀਂ ਮੱਥਾ ਜਿਸ ਗੁਰੂ ਨੂੰ ਟੇਕਦੇ ਹਾਂ ਉਹਦੀ ਕਹੀ ਹੋਈ ਗੱਲ ਸਾਡੇ ਕੰਨਾਂ ਨੂੰ, ਸਾਡੇ ਮਨ ਨੂੰ ਬਿਲਕੁਲ ਚੰਗੀ ਨਹੀਂ ਲੱਗਦੀ। ਉਹ ਵੱਖਰੀ ਗੱਲ ਹੈ ਕਿ ਗੁੱਸਾ ਸੁਣਾਉਣ ਵਾਲੇ ਤੇ ਨਿਕਲ ਜਾਏ ਤੇ ਗੱਲ ਵੱਖਰੀ, ਗੁੱਸਾ ਤੇ ਸਾਨੂੰ ਗੱਲ ਦਾ ਹੀ ਹੁੰਦਾ ਹੈ ਵੀ ਇਹ ਕਿਉਂ ਕਹੀ ਗਈ ਹੈ, ਤਾਂ ਮੇਰੇ ਮਨ ਨੂੰ ਫਿੱਟ ਨਹੀਂ ਬੈਠਦੀ। ਅਸੀਂ ਸਿੱਧਾ ਗੁਰੂ ਤੇ ਗੁੱਸਾ ਤੇ ਨਹੀਂ ਕਰਦੇ, ਪਰ ਮਨ ਅੰਦਰ ਇਹ ਸੋਚਦੇ ਆ ਇਹ ਨਹੀਂ ਹੋ ਸਕਦਾ, ਇਹ ਗੱਲ ਕੋਈ ਬਹੁਤੀ ਮੰਨਣ ਯੋਗ ਨਹੀਂ। ਇਸ ਦਾ ਇੱਕ ਮਤਲਬ ਨਿਕਲਦਾ ਹੈ ਵੀ ਸੰਗਤ ਦੀ ਕੁਠਾਲੀ ਵਿੱਚ ਪੈ ਕੇ ਜਿਸ ਵੇਲੇ ਗੁਰੂ ਦਾ ਕੋਈ ਬਚਨ ਸਾਡੇ ਮਨ ਨੂੰ ਚੰਗਾ ਨਾ ਲੱਗੇ, ਸਮਝ ਲੈਣਾ ਚਾਹੀਦਾ ਖੋਟ ਹੈ, ਜੀਵਨ ਦੇ ਅੰਦਰ ਕੋਈ ਕਮੀ ਹੈ। ਵੀ ਗੁਰੂ ਦੀ ਕਹੀ ਹੋਈ ਗੱਲ ਜਦੋਂ ਸਾਡੇ ਹੰਕਾਰ ਨੂੰ ਚੋਟ ਮਾਰਦੀ ਹੈ, ਅਸੀਂ ਤੜਪ ਉੱਠਦੇ ਹਾਂ। ਵੈਸੇ ਇੱਕ ਬੇਨਤੀ ਕਰਾਂ, ਗੁਰੂ ਪਹਿਲਾਂ ਸਾਨੂੰ ਮਾਰਦਾ ਹੈ ਤੇ ਫਿਰ ਜ਼ਿੰਦਗੀ ਦਿੰਦਾ ਹੈ। ਸੰਸਾਰ ਦਾ ਇੱਕ ਅਸੂਲ ਹੈ, ਪਹਿਲਾਂ ਜਨਮ ਹੈ ਸੰਸਾਰ ਅੰਦਰ, ਫਿਰ ਜੀਵਨ ਹੈ ਤੇ ਫਿਰ ਮੌਤ ਹੈ। ਧਰਮ ਦੀ ਦੁਨੀਆ ਦਾ ਪਾਸਾ ਇਸ ਤੋਂ ਬਿਲਕੁਲ ਉਲਟਾ ਹੈ। ਇੱਥੇ ਪਹਿਲਾਂ ਮੌਤ ਹੈ ਫਿਰ ਜੀਵਨ ਹੈ। ਸੰਸਾਰ ਅੰਦਰ ਪਹਿਲਾਂ ਜਨਮ ਹੈ ਤੇ ਫਿਰ ਮੌਤ ਹੈ। ਧਰਮ ਦੀ ਦੁਨੀਆ ਦੇ ਅੰਦਰ ਪਹਿਲਾਂ ਮੌਤ ਹੈ ਤੇ ਫਿਰ ਜੀਵਨ ਹੈ। ਬਾਣੀ ਦਾ ਵਚਨ ਮੈਂ ਸਾਹਮਣੇ ਰੱਖਾਂ, ਸ਼ਬਦ ਮਰੋ ਫਿਰ ਜੀਵੋ ਸਦਹੀ। ਗੁਰੂ ਪਹਿਲਾਂ ਸਾਨੂੰ ਤੋੜਦਾ ਹੈ, ਗੁਰੂ ਸਭ ਤੋਂ ਪਹਿਲਾਂ ਸਾਡੀ ਭੰਨ ਘਾੜ ਕਰਦਾ ਹੈ, ਗੁਰੂ ਸਭ ਤੋਂ ਪਹਿਲਾਂ ਸਾਨੂੰ ਮਾਰਦਾ ਹੈ। ਪੜ੍ਹੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਇਹ ਸ਼ਬਦ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁਤਰ ਤਰੀਆ। ਜਿਸ ਨੇ ਇਸ ਨੁਕਤੇ ਨੂੰ ਸਮਝਿਆ ਹੈ ਨਾ, ਉਹੀ ਅਸਲ ਸਤ ਸੰਗੀ ਹੈ, ਉਹੀ ਸਹੀ ਮਾਇਨਿਆਂ ਵਿੱਚ ਗੁਰੂ ਦੇ ਰਾਹ ਦਾ ਪਾਂਧੀ ਹੈ, ਗੁਰੂ ਦਾ ਅਸਲ ਮੁਰੀਦ ਹੈ। ਤਾਈਓ ਗੁਰੂ ਦਰੋਂ ਸਤਿਕਾਰੇ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਜਿਹੜਾ ਮੁਰੀਦ ਸੇਵਕ ਹੈ ਗੁਰੂ ਦਾ, ਉਹ ਮੁਰਦਾ ਹੁੰਦਾ ਹੈ। ਸਭ ਤੋਂ ਪਹਿਲਾਂ ਉਹ ਮੌਤ ਨੂੰ ਕਬੂਲ ਕਰਦਾ ਹੈ। ਸ਼ਬਦ ਵਰਤੇ ਨੇ ਉਹਨਾਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਕਹਿਣ ਲੱਗੇ ਜਿਹਨੇ ਗੁਰੂ ਦਾ ਸੇਵਕ ਬਣਨਾ ਹੈ ਉਹ ਮੁਰਦਾ, ਮੁਰਦਾ ਦਾ ਅਰਥ ਹੁੰਦਾ ਹੈ ਹਉਮੈ ਨੂੰ ਖਤਮ ਕਰੇ ਆਪਣੇ ਜੀਵਨ ਚੋਂ। ਜਦੋਂ ਕੋਈ ਬੁੱਤ ਤਰਾਸ਼ਣ ਵਾਲਾ ਪੱਥਰ ਨੂੰ ਘੜਦਾ ਹੈ, ਉਸ ਵਿੱਚੋਂ ਬੜੀ ਸੋਹਣੀ ਮੂਰਤੀ ਨੂੰ ਪੈਦਾ ਕਰਕੇ ਉਹ ਜਦੋਂ ਉਹਦਾ ਰੂਪ ਉਘਾੜਦਾ ਹੈ, ਉਹ ਮੂਰਤੀ ਮਿਊਜ਼ੀਅਮ ਵਿੱਚ ਲੱਗੀ ਹੋਈ ਲੋਕ ਵੇਖਦੇ ਨੇ ਔਰ ਆਸ਼-ਆਸ਼ ਕਰਦੇ ਨੇ। ਉਹਦੀ ਸਿਫਤ ਕਰਦਿਆਂ ਹੋਇਆਂ ਲੋਕ ਕਹਿੰਦੇ ਨੇ, ਵੇਖੋ ਇੱਕ ਜਾਨ ਹੀ ਨਹੀਂ ਇਹਦੇ ਵਿੱਚ, ਬਾਕੀ ਕਸਰ ਬਣਾਉਣ ਵਾਲੇ ਨੇ ਕੋਈ ਨਹੀਂ ਰਹਿਣ ਦਿੱਤੀ। ਪਤਾ ਹੀ ਨਹੀਂ ਲੱਗਦਾ ਕਿ ਪੱਥਰ ਦੀ ਮੂਰਤੀ ਹੈ ਕਿ ਜਿਉਂਦਾ ਜਾਗਦਾ ਇਨਸਾਨ ਖੜਾ ਹੈ। ਇਸ ਬੁੱਤ ਵਿੱਚ ਕੇਵਲ ਜਾਨ ਹੀ ਨਹੀਂ, ਸਾਹ ਲੈਣ ਦੀ ਤਾਕਤ ਹੀ ਨਹੀਂ, ਬਾਕੀ ਬਣਾਉਣ ਵਾਲੇ ਨੇ ਕਸਰ ਕੋਈ ਨਹੀਂ ਰਹਿਣ ਦਿੱਤੀ। ਐਨ ਜਿਵੇਂ ਜਿਉਂਦਾ ਜਾਗਦਾ ਬੰਦਾ ਖੜਾ ਹੋਵੇ, ਇਨਸਾਨ ਖੜਾ ਹੋਵੇ, ਇਸ ਤਰ੍ਹਾਂ ਦਾ ਬੁੱਤ ਤਰਾਸ਼ ਦਿੱਤਾ ਹੈ। ਉਸ ਬੁੱਤ ਦੀ ਸੁੰਦਰਤਾ ਨੂੰ ਵੇਖ ਕੇ, ਉਸ ਮੂਰਤੀ ਦੇ ਸੁਹੱਪਣ ਨੂੰ ਵੇਖ ਕੇ, ਉਸ ਮੂਰਤੀ ਦੀ ਘਾੜਤ ਨੂੰ ਵੇਖ ਕੇ ਸਾਡਾ ਮਨ ਖੁਸ਼ ਹੋ ਜਾਂਦਾ ਹੈ। ਅਸੀਂ ਵਾਹ ਵਾਹ ਕਹਿੰਦੇ ਹੋਏ ਉਸ ਹੁਨਰਮੰਦ ਬੰਦੇ ਦੀ ਦਾਤ ਦਿੰਦੇ, ਉਹਨੂੰ ਸ਼ਾਬਾਸ਼ ਦਿੰਦੇ ਆ। ਪਰ ਧਿਆਨ ਦੇਣਾ, ਪੱਥਰ ਦੇ ਬੁੱਤ ਨੂੰ ਬੁੱਤ ਘਾੜਾ ਆਪਣੀ ਮਰਜ਼ੀ ਨਾਲ ਘੜਦਾ ਹੈ। ਜਿਹੋ ਜਿਹੇ ਮਰਜ਼ੀ ਉਹਦੇ ਨੈਣ ਨਕਸ਼ ਘੜ ਦੇਵੇ, ਉਸ ਬੁੱਤ ਨੇ ਕਿਹੜੀ ਨਾ ਨੁਕਰ ਕਰਨੀ ਹੈ। ਉਹਨੇ ਨਾ ਘੜਨ ਵਾਲੇ ਨੂੰ ਕੁਝ ਕਹਿਣਾ, ਨਾ ਉਹਨੇ ਨਾ ਕਰਨੀ ਹੈ, ਨਾ ਉਹਨੇ ਦਰਦ ਮਹਿਸੂਸ ਕਰਨਾ ਹੈ, ਨਾ ਉਹਨੇ ਕੋਈ ਅੱਗੋਂ ਆਰਗੂਮੈਂਟ ਕਰਨਾ ਹੈ। ਪਰ ਇਨਸਾਨ ਨੂੰ ਘੜਨਾ ਬੜਾ ਔਖਾ ਹੈ। ਇਹਦੇ ਸੈਂਕੜੇ ਆਰਗੂਮੈਂਟ ਨੇ, ਹਜ਼ਾਰਾਂ ਦਲੀਲਾਂ ਨੇ, ਤਰਕ ਵਿਤਰਕ ਹੈ ਇਹਦੇ ਅੰਦਰ, ਬੜਾ ਕੁਝ ਹੈ ਜੋ ਇਹ ਸਾਹਮਣੇ ਰੱਖਦਾ ਹੈ। ਘੜਨ ਵਾਲੇ ਨੂੰ ਤਾਂ ਇਹ ਕਈ ਵਾਰ ਬੁਰਾ ਵੀ ਸਮਝਦਾ ਹੈ,
ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਾਣੀ ਦੇ ਬੋਲ ਪੜੋ। ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਵਾਰ ਭਾਈ ਮਰਦਾਨਾ ਜੀ ਨੇ ਪ੍ਰਸ਼ਨ ਸਵਾਲ ਕੀਤਾ ਕਿ ਸਾਡਾ ਅਕਸਰ ਹੁੰਦਾ ਹੈ ਸਵਾਲ, ਔਰ ਸਾਡੀ ਜ਼ਿੰਦਗੀ ਨਾਲ ਬੜਾ ਸੰਬੰਧ ਰੱਖਦਾ ਹੈ। ਸਾਡੇ ਨਾਲ ਵੀ ਹੋ ਸਕਦਾ ਇਹ ਗੱਲ ਦੋ ਪਾਸਿਆਂ ਤੋਂ ਵਾਪਰੀ ਹੋਵੇ। ਇਸ ਪਾਸਿਓਂ ਵੀ ਵਾਪਰੀ ਹੋ ਸਕਦੀ ਹੈ ਵੀ ਅਸੀਂ ਕਿਸੇ ਦਾ ਭਲਾ ਕੀਤਾ ਤੇ ਉਸਨੇ ਅੱਗੋਂ ਸਾਡਾ ਬੁਰਾ ਕੀਤਾ, ਮਾੜਾ ਵਿਹਾਰ ਕੀਤਾ, ਸਾਡਾ ਦਿਲ ਟੁੱਟ ਜਾਂਦਾ ਹੈ। ਅਸੀਂ ਸਾਰੀ ਦੁਨੀਆ ਨੂੰ ਦੱਸਦੇ ਹਾਂ ਭਲਾਈ ਦਾ ਜ਼ਮਾਨਾ ਨਹੀਂ ਰਹਿ ਗਿਆ। ਖਿਮਾ ਕਰਨਾ, ਭਲਾਈ ਦਾ ਜ਼ਮਾਨਾ ਸੀ ਕਦੋਂ? ਪਿਛੋਕੜ ਨੂੰ ਵੇਖ ਲਓ, ਤਤੀਆਂ ਤਵੀਆਂ ਤੇ ਕੋਈ ਬਹਿ ਗਿਆ, ਉਬਲਦੀ ਦੇਗ ਵਿੱਚ ਕਿਸੇ ਨੂੰ ਬਿਠਾ ਦਿੱਤਾ ਗਿਆ, ਆਰੇ ਨਾਲ ਕਿਸੇ ਨੂੰ ਚੀਰ ਦਿੱਤਾ ਗਿਆ, ਜ਼ਹਿਰ ਦਾ ਪਿਆਲਾ ਕਿਸੇ ਨੂੰ ਪੀਣ ਵਾਸਤੇ ਕਹਿ ਦਿੱਤਾ, ਮਜਬੂਰ ਕਰ ਦਿੱਤਾ ਗਿਆ, ਕਿਸੇ ਦੀ ਖੱਲ ਲਾ ਦਿੱਤੀ ਗਈ, ਕਿਸੇ ਦਾ ਖੋਪਰ ਉਤਾਰ ਦਿੱਤਾ ਗਿਆ। ਪਰ ਅਸੀਂ ਸ਼ਾਇਦ ਇਹ ਸ਼ਬਦ ਆਪਣੇ ਲਈ ਹੀ ਵਰਤਦੇ ਹਾਂ। ਵੇਖੋ, ਭਲਾਈ ਦਾ ਤੇ ਜ਼ਮਾਨਾ ਹੀ ਨਹੀਂ। ਅਸੀਂ ਉਸ ਬੰਦੇ ਨਾਲ ਇਹ ਗੁਣ ਕੀਤਾ, ਉਹਨੇ ਸਾਡੇ ਨਾਲ ਇੰਨਾ ਮਾੜਾ ਵਿਹਾਰ ਕੀਤਾ, ਉਹਨੇ ਮੈਨੂੰ ਬੁਲਾਇਆ ਤੱਕ ਨਹੀਂ। ਅਸੀਂ ਤੇ ਇੰਨੀ ਗੱਲ ਤੋਂ ਪਰੇਸ਼ਾਨ ਹੋ ਗਏ, ਅਪਸੈਟ ਹੋ ਗਏ ਵੀ ਮੈਂ ਚੰਗਾ ਕੀਤਾ, ਮੁੜ ਕੇ ਉਸ ਬੰਦੇ ਨੇ ਮੇਰੇ ਨਾਲ ਮਾੜਾ ਵਿਹਾਰ ਕੀਤਾ। ਇਥੋਂ ਇੱਕ ਗੱਲ ਤੇ ਉਗੜ ਕੇ ਸਾਹਮਣੇ ਆ ਜਾਂਦੀ ਵੀ ਚੰਗਾ ਅਸੀਂ ਕਰਦੇ ਹੀ ਉੱਥੇ ਆ ਜਿੱਥੋਂ ਸਾਨੂੰ ਆਸ ਹੋਵੇ ਵੀ ਇਹਦੋਂ ਦੁੱਗਣਾ ਸਾਡੇ ਨਾਲ ਕੋਈ ਚੰਗਾ ਕਰੇਗਾ। ਸੱਚ ਜਾਣਿਓ, ਇਹ ਪਰਉਪਕਾਰ ਨਹੀਂ ਕਿਹਾ ਜਾ ਸਕਦਾ। ਇਹ ਤਾਂ ਇੱਕ ਸੌਦਾ ਸੀ। ਅਗਲਾ ਮੁੱਕਰ ਗਿਆ, ਗੱਲ ਵੱਖਰੀ ਹੈ, ਪਰ ਤੁਸਾਂ ਤੇ ਸੌਦਾ ਹੀ ਕੀਤਾ ਹੈ ਨਾ। ਦੂਸਰਾ ਮੁੱਕਰ ਗਿਆ ਉਸ ਡੀਲ ਤੋਂ, ਗੱਲ ਵੱਖਰੀ ਹੈ। ਪਰ ਤੁਸਾਂ ਜਦੋਂ ਆਪਣੇ ਮਨ ਅੰਦਰ ਇਹ ਗੱਲ ਰੱਖ ਕੇ ਕਿਸੇ ਦਾ ਭਲਾ ਕੀਤਾ ਵੀ ਇਹ ਬੰਦਾ ਮੇਰਾ ਅਹਿਸਾਨਮੰਦ ਰਹੇਗਾ, ਇਹ ਬੰਦਾ ਜਦੋਂ ਮੇਰੇ ਸਾਹਮਣੇ ਆਏਗਾ ਇਹਦੀ ਅੱਖ ਨੀਵੀਂ ਹੋ ਜਾਇਆ ਕਰੇਗੀ ਵੀ ਮੈਂ ਇਹਦੇ ਨਾਲ ਚੰਗਾ ਕੀਤਾ। ਤੁਸੀਂ ਇਹ ਜਿਹੜੀ ਡੀਲ ਕੀਤੀ ਇਹਨਾਂ ਧਾਰਮਿਕ ਬੰਦਿਆਂ ਵਾਲੀ ਨਹੀਂ ਸੀ। ਤੁਸਾਂ ਤਾਂ ਉਹਦੇ ਕੋਲੋਂ ਬਹੁਤ ਕੁਝ ਲੈਣ ਵਾਸਤੇ ਪਹਿਲਾਂ ਹੀ ਮਨ ਅੰਦਰ ਸੋਚ ਰੱਖਿਆ ਵੀ ਇਹ ਬੰਦਾ ਨੀਵਾਂ ਹੋ ਕੇ ਚੱਲੇ ਮੇਰੇ ਸਾਹਮਣੇ, ਅੱਖਾਂ ਨੀਵੀਆਂ ਕਰ। ਤੁਸੀਂ ਤਾਂ ਇੱਕ ਬੰਦੇ ਤੇ ਅਹਿਸਾਨ ਕੀਤਾ ਤੇ ਉਹਨੂੰ ਗੁਲਾਮ ਬਣਾਉਣ ਦੀ ਸੋਚੀ, ਉਹ ਮੁੱਕਰ ਗਿਆ, ਗੱਲ ਵੱਖਰੀ ਹੈ। ਅਸੀਂ ਤਾਂ ਆਪਣੇ ਵੱਲੋਂ ਵਪਾਰ ਹੀ ਕਰਨ ਤੁਰੇ ਸਾਂ, ਪਰ ਰੱਬ ਦਾ ਬੰਦਾ ਵਪਾਰੀ ਨਹੀਂ ਬਣਦਾ। ਉਹ ਤਾਂ ਬਸ ਚੰਗਾ ਕਰਦਾ ਜਾਂਦਾ ਹੈ, ਕਿਉਂਕਿ ਉਹਦੇ ਸੁਭਾਅ ਦੇ ਅੰਦਰ ਮੰਦਾ ਹੀ ਨਹੀਂ ਹੁੰਦਾ, ਉਹਦੇ ਸੁਭਾਅ ਦੇ ਅੰਦਰ ਕੁੜੱਤਣ ਹੀ ਨਹੀਂ ਹੁੰਦੀ। ਤੁਸੀਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਇਹ ਬੋਲ ਵਿਚਾਰਨਾ, ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੈ। ਕਹਿੰਦੇ ਉਹ ਦੂਸਰੇ ਦੇ ਔਗਣ ਨੂੰ ਚੇਤੇ ਹੀ ਨਹੀਂ ਰੱਖਦਾ ਵੀ ਉਹਨੇ ਮੇਰੇ ਨਾਲ ਕੀ ਕੀਤਾ। ਉਹ ਇਹ ਸੋਚਦਾ ਵੀ ਮੈਨੂੰ ਕੀ ਕਰਨਾ ਚਾਹੀਦਾ। ਕਿੱਡਾ ਵੱਡਾ ਆਦਰਸ਼ ਹੈ, ਕਿੱਡਾ ਉੱਚਾ ਜੀਵਨ ਹੈ। ਇਸ ਜੀਵਨ ਦੀ ਪ੍ਰਾਪਤੀ ਜਿਹੜੀ ਹੈ, ਭਾਈ ਗੁਰਦਾਸ ਜੀ ਕਹਿੰਦੇ ਗੱਲਾਂ ਨਾਲ ਨਹੀਂ ਹੋ ਸਕਦੀ। ਇਹਦੇ ਵਾਸਤੇ ਕੀ ਕਰਨਾ ਪੈਂਦਾ? ਸਬਰ, ਸਿਦਕ, ਸ਼ਹੀਦ, ਭਰਮ ਭਉ ਖੋਵਣਾ। ਕਿੱਡੀ ਵੱਡੀ ਫਿਲਾਸਫੀ ਹੈ ਧਰਮ ਦੀ, ਜਿਹਨੂੰ ਅਸੀਂ ਪੜ੍ਹ ਰਹੇ ਹਾਂ, ਜਿਹਨੂੰ ਅਸੀਂ ਨਮਸਕਾਰ ਕਰ ਰਹੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਖੈਰ, ਮੈਂ ਬੇਨਤੀ ਕਰ ਰਿਹਾ ਸਾਂ, ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਵੀ ਅਸੀਂ ਚੰਗਾ ਕੀਤਾ ਤੇ ਦੂਜੇ ਨੇ ਦੁਰਵਿਵਹਾਰ ਕੀਤਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਵੀ ਦੂਜੇ ਨੇ ਚੰਗਾ ਕੀਤਾ, ਸਾਡੇ ਵੱਲੋਂ ਕਸਰ ਰਹਿ ਗਈ। ਐਸਾ ਵਾਪਰਦਾ ਸੰਸਾਰ ਅੰਦਰ। ਪਰ ਬੰਦਾ ਹੈ ਨਾ, ਚੇਤੇ ਉਹੀ ਰੱਖੇਗਾ ਜੋ ਆਪ ਚੰਗਾ ਕੀਤਾ, ਦੂਜੇ ਦਾ ਨਹੀਂ ਰੱਖੇਗਾ, ਕਿਉਂਕਿ ਇੰਨਾ ਸੋਚਦਾ, ਇੰਨੀ ਗਿਣਤੀ, ਇੰਨਾ ਸਮਾਂ ਕਿਹਦੇ ਕੋਲ ਹੈ। ਇਸੇ ਕਰਕੇ ਹਰ ਬੰਦਾ ਸੰਸਾਰ ਦੇ ਅੰਦਰ ਇਹੀ ਸੋਚ ਰਿਹਾ ਵੀ ਜੇ ਕੋਈ ਚੰਗਾ ਹੈ ਸੰਸਾਰ ਅੰਦਰ ਤੇ ਉਹ ਮੈਂ ਹਾਂ, ਜੇ ਕੋਈ ਗਲਤ ਹੈ ਤੇ ਉਹ ਦੂਜਾ ਹੈ। ਗਲਤੀਆਂ ਦੂਜੇ ਤੋਂ ਗਿਣਨੀਆਂ ਸ਼ੁਰੂ ਕਰਦਾ ਹੈ, ਗੁਣ ਆਪਣੇ ਤੋਂ ਗਿਣਨੇ ਸ਼ੁਰੂ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦਾ ਮੈਂ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਸਾਂ ਕਿ ਧੰਨ ਗੁਰੂ ਨਾਨਕ ਸਾਹਿਬ ਨੂੰ ਇਹ ਪ੍ਰਸ਼ਨ ਕਰਦੇ ਨੇ ਭਾਈ ਮਰਦਾਨਾ ਜੀ। ਕਹਿਣ ਲੱਗੇ, ਮਹਾਰਾਜ ਇੱਕ ਗੱਲ ਦਾ ਉੱਤਰ ਦਿਓ। ਸਤਿਗੁਰੂ ਕਹਿਣ ਲੱਗੇ, ਜੀ ਪੁੱਛੋ। ਕਹਿੰਦੇ, ਮਹਾਰਾਜ ਤੁਸੀਂ ਲੋਕਾਂ ਨਾਲ ਇੰਨਾ ਭਲਾ ਮਿੱਠਾ ਬੋਲਦੇ ਹੋ, ਹਰ ਜਗ੍ਹਾ ਤੇ ਜਿੱਥੇ ਵੀ ਤੁਸੀਂ ਜਾਂਦੇ ਕੋਸ਼ਿਸ਼ ਕਰਦੇ ਕਿ ਹਰ ਇੱਕ ਇਨਸਾਨ ਦਾ ਭਲਾ ਹੋਵੇ। ਆਪਣਾ ਘਰ ਛੱਡਿਆ, ਪਰਿਵਾਰ ਛੱਡਿਆ, ਆ ਵਿਖੜੇ ਔਖੇ ਪੈਂਡੇ ਤੁਸੀਂ ਚੁਣ ਲਏ ਨੇ, ਇਹ ਪੈਂਡਾ ਤੈਅ ਕਰ ਰਹੇ ਹੋ। ਭੁੱਖ, ਨੀਂਦਰਾ, ਕਿੰਨੇ ਕਸ਼ਟ ਤੁਹਾਡੇ ਸਰੀਰ ਨੂੰ ਆਉਂਦੇ ਨੇ ਹਰ ਵੇਲੇ, ਹਰ ਘੜੀ। ਫਿਰ ਉੱਪਰੋਂ ਜਾਨ ਦੇ ਖਤਰੇ ਨੇ, ਖੌਰੇ ਕਿਹੜੇ ਆਦਮੀ ਦਾ ਫਿਰਿਆ ਹੋਇਆ ਦਿਮਾਗ, ਕਿਹੜਾ ਕਿਸ ਤਰ੍ਹਾਂ ਦਾ ਵਿਹਾਰ ਕਰੇ। ਕੁਝ ਲੋਕ ਤੁਹਾਡੀ ਨਿੰਦਾ ਵੀ ਰੱਜ ਕੇ ਕਰਦੇ ਨੇ, ਬੁਰਾ ਭਲਾ ਵੀ ਕਹਿੰਦੇ ਹੋ, ਗੁਰੇਜ਼ ਨਹੀਂ ਕਰਦੇ।
कुछ ऐसे भी ने जिहड़े सेवा करते चंगा भी कहते हैं, उन्होंने वेख के मन खुश हुंदा भी चलो कोई तो है संसार के अंदर जिहड़ा चंगी चीज़ नूं शाबाश दिंदा है, ਉਹਦੇ प्रति एहसानमंद रहिंदा है। ਜਿਹੜੇ ਬੰਦੇ ਤੁਹਾਡੇ ਨਾਲ बुरा सलूक करते ਤੁਹਾਨੂੰ महसूस नहीं हुंदा, ਤੁਹਾਨੂੰ ਆਪਣੇ ਆਪ ਵਿੱਚ ਕਦੇ ਇਹ ਗੱਲ ਮਨ ਵਿੱਚ नहीं आउंदी भी मैं लोगों नाल भला करदा, लोग मेरे नाल बुरा करते हैं। हजूर मुस्कुरा पे सतगुरु कहन लगे, मरदाना जी मैं बेनती करा, पहली बार भाई शब्द हजूर ने अपने मुखार बिल तो भाई मरदाने लई वरतिया सी, पहली बार इतिहास के अंदर। ये वखरी गल है। अज भाई जिहड़ा ना केवल गुरुद्वारे की सेवा करने वाला रह गया, बाकी सारे सरदार हो गए ने। असी भाई नूं नौकर समझ लिया भी भाई शब्द जिहदे नाल लगे वो तो नौकर हुंदा है, गया गुजरिया बंदा, ते बाकी सारे सरदार हो गए ने। बाकी पल्ले कुछ होवे ना होवे गल वखरी है। सतगुरु सच्चे पातशाह ने बाणी अंदर अनेकों बार भाई शब्द की वरतों की। ये बराबरता का सांझीवालता का सूचक शब्द है। सतगुरु गुरु नानक साहब महाराज कहन लगे, भाई मरदाना जी ये महसूस करने वाली भावना भी उन्ना चिर बंदे अंदर हुंदी है जिन्ना चिर उस्तत ते निंदा के दायरे विच जींदा है। जिन्ना चिर उन्होंने अपनी उस्तत सुनने की भुख होवे ते निंदा सुन के ਉਹਦੇ अंदर मायूसी आ जाए, वो उदास हो जाए। खिमा करना, बहुते लोग गुरुद्वारे पता क्यों नहीं जाते, कहते असी गए सां 2 साल पहला, सानू किसे बुलाया ही नहीं, असी हुण क्यों जाइए। खिमा करना, तुसी गुरुद्वारे प्रबंधकों के मूँह नूं आउणा है जां प्रचारक के मूँह नूं आउणा है कि जां गुरु ग्रंथ साहब महाराज के चरणों में आउणा। बहुते लोगों की, क्योंकि साडी लाइन है, उन्हां दी शिकायत हुंदी है। वो कहते असी गए सां, उत्ते कोई प्रबंध ही नहीं सी, चाह ठंडी सी, असी उदों बाद जाना ही छड़ दिता। भी कमाल है, उत्ते चाह भी तत्ती करने वाला कोई नहीं सी। कोई रब ते करके नहीं जाता, लोग ही करते ने ना, ठंडी सी तुसी तत्ती कर लैनी सी, किड्डी गल सी। साडे बड़े निक्के निक्के सूखम बहाने ने जिहड़े असी अपने मनां विच पाले होए ने। और एक बेनती मैं जरूर करदे हां, साडी बहुते सिख समाज की मानसिक अवस्था निआणियां ते भी गई गुजरी हो गई है। निक्कियां निक्कियां गल्लां दे उत्ते बड़े सूखम जे इतराज लैके असी अपने मनां अंदर जी रहे हां। जिहड़ा एडे विशाल हिरदे वाला सिख गुरु ने पैदा कीता है ना, वो किधरे अलोप हुंदा नजर आउंदा है, गवाचदा नजर आउंदा है सानूं। उहनूं तां असीं इतिहास दे पन्निਆਂ तो ही पढ़दे हां। साडे तां दिल कीड़ियां तो भी निक्के ने। असी अपने दिल विच ना कुछ समा सकते हैं, ना रख सकते हैं, ना दिल वड्डा करके सोच सकते हैं। इन्नी साडी जिहड़ी हस्ती है वो निक्की हुंदी जा रही दिन ब दिन। गुरु ने सानू कहा, सिखा तू समुंदर हो जाना है, तू वड्डे हो जाना, तू दूजियां दे पर्दे ढक लेने ने। जे गुरु तेरे पर्दे ढकदा है ना, गुरु वाला सुभाव अपने जीवन च पैदा कर। ये संसार दे अनगिणत लोगों के पर्दे तू ढके। मैं चाहता तेरे अंदर ये जीवन होवे, तेरे अंदर ये क्वालिटी ते खूबी होवे। पर नहीं, सानू ते मौका लभना चाहिए। असीं ते नंगिया करके अगले नूं चिराए च ना खलियार दईए। साडी सियाणप नूं मन्ने कौन? साडी आदत है, सुभाव है। इसे करके ही साडा दिन रात एक दूजे नाल गाली गलोच ही चलदा है। दिन रात असीं इस ताक विच हां कि इस आदमी की कमजोरी सानू मिले तो असी उन्होंने हवा च उड़ाइए और उसके मजे लुटिए। असी तमाशबीर बन गए हैं। सानू गुरु ने सिख बनाया। सिख का जीवन का किरदार तो बहुत उच्चा है। एक साखी छोटी जी सांझी कर लवा, इस विषय नाल संबंध रखती है। धन गुरु गोबिंद सिंह साहब महाराज जदों अपना सफर तय कर रहे सन मालवे के इलाके विच, उत्थे सतगुरु ढिलवा नगर के इर्द गिर्द सन। जदों उत्थे सतगुरु उस नगर विच पहुंचे तो महाराज नूं आले नाल उन्हां दे कुछ सिख होर भी सन। सतगुरां ने सफर करना सी, अगे दा समा बहुता नहीं सी। उस नगर विच जदों महाराज टिके, मुखी सिखां ने आख्या, जिहड़े इकट्ठे होए नगर दे, कहण लगे महाराज साडी बेनती है, असी सारे ही सेवा करने की इच्छा रखते हैं, पर एक जगह ते लंगर तैयार करने सानू वक्त लगेगा, समा लगेगा, तुहाडे कोल इन्ना समा नहीं। चंगा होवे जे एक एक परिवार एक एक सिख नूं अपने घर ले जाए तो जो बने प्रशादा छका के वापस ले आए, तुहाडा भी समा बच जाएगा, क्योंकि तुसां अगे जाना है, साडी भी खेचल बच जाएगी, क्योंकि सानू समा लगना है। हजूर मन गए। उत्थे रहन वाला सी एक भाई गंगा सिंह, वो एक सिख नूं अपने नाल लै गया, उहदा नाम सी भाई मलियागर सिंह।
ਅਸੀਂ ਐਸੀਆਂ ਸਾਖੀਆਂ ਦਾ ਜ਼ਿਕਰ ਹੀ ਨਹੀਂ ਕਰਦੇ, ਕਿਉਂਕਿ ਸਾਨੂੰ ਵੀ ਤੇ ਬਹੁਤੀ ਆਸ ਹੁੰਦੀ ਨਾ ਧਾਰਮਿਕ ਲਾਈਨ ਦੇ ਬੰਦਿਆਂ ਨੂੰ ਵੀ ਗਰੀਬ ਘਰ ਜਾਣਾ ਹੀ ਨਾ ਪਵੇ। ਇਹ ਵੀ ਮੁਸੀਬਤ ਹੈ ਨਾ ਤਕੜੀ। ਉਹ ਭਾਈ ਮਲਿਆਗਰ ਸਿੰਘ ਉਹਦੇ ਘਰ ਚਲਿਆ ਗਿਆ। ਉਹ ਬੰਦਾ ਬੜਾ ਗਰੀਬ, ਉਹਨੇ ਆਪਣੇ ਘਰ ਟੋਲਿਆ ਵੀ ਖਾਣ ਵਾਸਤੇ ਤਾਂ ਹੈ ਵੀ ਕੁਝ ਨਹੀਂ, ਨਾਲ ਤਾਂ ਮੈਂ ਲੈ ਆ। ਪੁਰਾਣੇ ਬਜ਼ੁਰਗ ਜਾਣਦੇ ਨੇ ਕਰੀਰਾਂ ਨੂੰ ਡੇਲੇ ਲੱਗਦੇ ਸਨ, ਬੜਾ ਆਮ ਜਿਹਾ ਪਦਾਰਥ ਜਿਹੜਾ ਕੋਈ ਬਹੁਤਾ ਟੇਸਟੀ ਵੀ ਨਹੀਂ, ਜਿਹਦਾ ਕੋਈ ਸਵਾਦ ਵੀ ਬਹੁਤਾ ਚੰਗਾ ਨਹੀਂ। ਉਹ ਕਰੀਰਾਂ ਨੂੰ ਲੱਗਣ ਵਾਲਾ ਫਲ, ਮਾਮੂਲੀ ਜਿਹਾ ਫਲ, ਉਹਨੇ ਉਬਾਲਿਆ ਤੇ ਥਾਲ 'ਚ ਪਾ ਕੇ ਉਹਦੇ ਤੇ ਲੂਣ ਪਾ ਕੇ ਉਸ ਤਰ੍ਹਾਂ ਹੀ ਸਾਹਮਣੇ ਰੱਖ ਦਿੱਤਾ ਤੇ ਹੱਥ ਜੋੜ ਕੇ ਕਹਿਣ ਲੱਗਾ, ਕਹਿੰਦਾ ਮੇਰੀ ਤੇ ਔਕਾਤ ਇੰਨੀ ਕੀ ਹੈ, ਮੈਂ ਵੀ ਤੁਹਾਡੇ ਨਾਲ ਹੀ ਖਾਣਾ, ਇਹਦੋਂ ਬਾਅਦ ਮੈਂ ਸੇਵਾ ਨਹੀਂ ਕਰ ਸਕਾਂਗਾ। ਸਿੱਖ ਨੇ ਬੜੀ ਪਿਆਰ ਨਾਲ ਉਹ ਭੋਜਨ ਛਕਿਆ। ਸਾਡੇ ਵਰਗਾ ਹੁੰਦਾ ਤੇ ਦੇਸ਼ਾਂ ਵਿਦੇਸ਼ਾਂ 'ਚ ਗੁੱਡਾ ਬੰਨ੍ਹ ਦਿੰਦਾ। ਉਹਨੇ ਛਕਿਆ ਤੇ ਮਗਰੋਂ ਕੇਵਲ ਇਹਨੇ ਸ਼ਬਦ ਵਰਤੇ, ਹੇ ਸਤਿਗੁਰੂ ਗੁਰੂ ਨਾਨਕ ਸਾਹਿਬ, ਇਸ ਸਿੱਖ ਨੂੰ ਧਰਮ ਦੀ ਕਿਰਤ ਕਰਨ ਦਾ ਬਲ ਬਖਸ਼ਣਾ ਤੇ ਇਸ ਨੂੰ ਸੇਵਾ ਕਰਨ ਦਾ ਉਦਮ ਬਖਸ਼ਦੇ ਰਹਿਣਾ। ਦੋ ਹੀ ਸ਼ਬਦ ਸਨ। ਅਸੀਂ ਤਾਂ ਅੱਜ ਬਿਊਟੀ ਪਾਰਲਰ ਦੇ ਜਾ ਕੇ ਵੀ ਅਰਦਾਸ ਕਰਦੇ ਹਾਂ, ਮਹਾਰਾਜ ਚੜ੍ਹਦੀ ਕਲਾ ਕਰੀ, ਜਿੰਨੀਆਂ ਦਿਸਦੀਆਂ ਨੇ ਮੁੱਲ ਛੱਡੇ, ਇੱਕ ਮਹੀਨੇ ਦੇ ਵਿੱਚ ਸਭ ਸਫਾਇਆ ਕਰ ਦੇਵੇ। ਅਸੀਂ ਸ਼ਰਾਬ ਵਾਲੀ ਦੁਕਾਨ ਤੇ ਜਾ ਕੇ ਵੀ ਗੁਰੂ ਗ੍ਰੰਥ ਸਾਹਿਬ ਲਿਜਾ ਕੇ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਇੰਨੀ ਬਰਕਤ ਪਾ ਦੇਈ, ਆ ਜਿੰਨੇ ਕੁ ਤੁਰੇ ਫਿਰਦੇ ਨੇ ਵੀ ਨਜ਼ਰ ਨਹੀਂ ਆਉਣੇ ਚਾਹੀਦੇ। ਧਰਮ ਦੀ ਕਿਰਤ ਦਾ ਅਰਥ ਬਦਲ ਗਿਆ। ਧੰਨ ਗੁਰੂ ਨਾਨਕ ਸਾਹਿਬ ਨੇ ਪਤਾ ਹੈ ਮਲਕ ਭਾਗੋ ਦੇ ਘਰ ਵਿੱਚ ਜਾਣ ਤੋਂ ਕੰਨੀ ਕਿਉਂ ਕਤਰਾਈ ਹੈ? ਉਸ ਦਾ ਕਾਰਨ ਸੀ, ਹਜ਼ੂਰ ਆਖਦੇ ਸਨ, ਭਾਗੋ ਤੇਰਾ ਮਕਸਦ ਇਹ ਹੈ ਵੀ ਜਿੰਨੇ ਵੀ ਇਹ ਖਾ ਰਹੇ ਨੇ ਭੋਜਨ, ਇਹ ਬਾਅਦ ਚ ਸਾਰੇ ਅਰਦਾਸਾਂ ਕਰਨਗੇ, ਭਗਵਾਨ ਇਸ ਨੂੰ ਹੋਰ ਮੱਤ ਦੇਣੀ, ਇਹਦੇ ਖਜ਼ਾਨੇ 'ਚ ਮਾਇਆ ਆਉਂਦੀ ਰਵੇ। ਪਰ ਇਹਨਾਂ ਨੂੰ ਕੀ ਮਤਲਬ ਹੈ ਵੀ ਕਿਵੇਂ ਆ ਰਹੀ ਹੈ? ਮੈਂ ਇਹ ਨਹੀਂ ਕਹਿ ਸਕਦਾ। ਤੇਰੇ ਘਰੋਂ ਚੰਗਾ ਖਾ ਕੇ ਮੈਂ ਤੇਰੇ ਪਾਪ ਦੀ ਕਮਾਈ ਵਾਸਤੇ ਰੱਬ ਨੂੰ ਸਿਫਾਰਿਸ਼ ਨਹੀਂ ਕਰ ਸਕਦਾ, ਕਿਉਂਕਿ ਗੁਰਮਤ ਦਾ ਇਹ ਅਸੂਲ ਯਾਦ ਰੱਖਣਾ ਚਾਹੀਦਾ ਹੈ, ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ। ਬੜੇ ਉੱਚੇ ਆਦਰਸ਼ ਦੀ ਗੱਲ ਹੈ ਧਰਮ। ਇਹ ਵੱਖਰੀ ਗੱਲ ਹੈ ਕਿਸੇ ਨੂੰ ਨਾ ਪਸੰਦ ਆਈ ਹੋਵੇ ਗੁਰੂ ਦੀ ਗੱਲ ਤੇ ਕਿਸੇ ਨੂੰ ਪਸੰਦ, ਕਿਉਂਕਿ ਗੁਰੂ ਨਾ ਨੋਟ ਦਾ ਭੁੱਖ ਹੈ ਤੇ ਨਾ ਵੋਟ ਦਾ ਭੁੱਖ ਹੈ। ਗੁਰੂ ਨੂੰ ਕੀ ਮਤਲਬ ਹੈ ਇਹਨਾਂ ਗੱਲਾਂ ਨਾਲ? ਇਹ ਤਾਂ ਸਾਡੀ ਮੁਸ਼ਕਲ ਹੋ ਸਕਦੀ, ਗੁਰੂ ਦੀ ਤਾਂ ਨਹੀਂ ਹੈ ਨਾ। ਪਰ ਇੱਕ ਗੱਲ ਗੌਰ ਵਿੱਚ ਰੱਖਣੀ, ਧਿਆਨ ਵਿੱਚ ਰੱਖਣੀ, ਮਲਿਆਗਰ ਸਿੰਘ ਨੇ ਇੰਨੀ ਅਰਦਾਸ ਕੀਤੀ, ਕਹਿਣ ਲੱਗਿਆ, ਸੱਚੇ ਪਾਤਸ਼ਾਹ ਨੂੰ ਧਰਮ ਦੀ ਕਿਰਤ ਕਰਨ ਦਾ ਬਲ ਬਖਸ਼ਣਾ ਤੇ ਸੇਵਾ ਕਰਨ ਦਾ ਚਾਓ ਬਖਸ਼ਦੇ ਰਹਿਣਾ। ਸਿੱਖ ਨੇ ਅਰਦਾਸ ਕੀਤੀ ਤੇ ਵਾਪਸ ਛਕ ਛਕਾ ਕੇ ਜੋ ਸੀ ਮੁੜ ਆਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਤਾਂ ਸਾਡੇ ਵਰਗੇ ਬਿਮਾਰਾਂ ਦੇ ਅਸਲ ਵੈਦ ਨੇ ਨਾ। ਉਹਨਾਂ ਨੇ ਸਾਰੇ ਸਿੱਖਾਂ ਨੂੰ ਇਕੱਠਿਆਂ ਕਰ ਲਿਆ, ਕਹਿਣ ਲੱਗੇ, ਹਾਂ ਵੀ ਕੀ ਛਕ ਕੇ ਆਏ ਹੋ? ਕਿਸੇ ਨੇ ਦੱਸਿਆ, ਮਹਾਰਾਜ ਬੜਾ ਗੁਰਮੁਖ ਪਰਿਵਾਰ ਹੈ, ਬੜੀ ਸੇਵਾ ਕਰਦਾ ਹੈ, ਅੱਗੇ ਪਿੱਛੇ ਇਹਨਾਂ ਨੇ ਸਾਡੇ ਤੁਰ ਫਿਰ ਕੇ ਕੋਈ ਕਸਰ ਹੀ ਨਹੀਂ ਰਹਿਣ ਦਿੱਤੀ, ਸਾਨੂੰ ਆਹ ਸ਼ਿਕਾਇਆ, ਕਿਸੇ ਕੀ ਆਹ ਸ਼ਿਕਾਇਆ। ਸਤਿਗੁਰਾਂ ਨੇ ਪੁੱਛਣਾ ਤੇ ਸੀ ਭਾਈ ਮਲਿਆਗਰ ਸਿੰਘ ਨੂੰ, ਉਹ ਸ਼ਾਂਤ ਬੈਠਾ ਹੈ। ਕਹਿਣ ਲੱਗਾ, ਤੂੰ ਕੀ ਛਕਿਆ? ਕਹਿਣ ਲੱਗਿਆ, ਸੱਚੇ ਪਾਤਸ਼ਾਹ ਜੋ ਵੀ ਛਕਿਆ ਬੜਾ ਆਨੰਦ ਵਾਲਾ ਸੀ, ਇੰਨਾ ਸਵਾਦ ਸੀ ਮਹਾਰਾਜ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਰੱਜ ਗਿਆ ਮਨ ਕਰਕੇ ਵੀ ਔਰ ਹਿਰਦਾ ਕਰਕੇ ਵੀ। ਸਤਿਗੁਰੂ ਕਹਿਣ ਲੱਗੇ, ਦੱਸ ਦਿਓ। ਕਹਿਣ ਲੱਗਾ, ਨਹੀਂ ਮਹਾਰਾਜ ਬਸ ਮੈਂ ਸੰਤੁਸ਼ਟ ਹਾਂ, ਤੁਸੀਂ ਇੰਨਾ ਹੀ, ਤੁਸੀਂ ਤੇ ਜਾਣਦੇ ਹੋ, ਮੈਂ ਵੀ ਜਾਣਦਾ। ਗੱਲ ਮੁੱਕ ਗਈ। ਹਜ਼ੂਰ ਨੇ ਬੁਲਵਾਇਆ ਉਹਦੇ ਮੁਖ ਤੋਂ ਤੇ ਸਤਿਗੁਰੂ ਦੂਜਿਆਂ ਵੱਲ ਮੁਖ ਕਰਕੇ ਕਹਿੰਦੇ ਨੇ, ਵੇਖੋ ਇਹਨੂੰ ਸਿੱਖੀ ਆਖਿਆ ਜਾਂਦਾ ਹੈ। ਤੁਸੀਂ ਚੰਗਾ ਖਾ ਕੇ ਗੁੱਡਾ ਬੰਨ ਰਹੇ ਹੋ, ਇਹ ਮਾੜਾ ਖਾ ਕੇ ਵੀ ਉਸ ਸਿੱਖ ਦੇ ਪਰਦੇ ਕੱਜਣ ਉੱਤੇ ਲੱਗਿਆ ਹੋਇਆ ਹੈ ਵੀ ਮੈਂ ਜੋ ਵੀ ਛਕਿਆ ਨਾ ਬੜਾ ਚੰਗਾ, ਇਹਦੋਂ ਵੱਧ ਹੋ ਹੀ ਕੁਝ ਨਹੀਂ ਸੀ ਸਕਦਾ। ਇਸ ਮੌਕੇ ਦੇ ਉੱਤੇ ਇਹਨੇ ਜੋ ਸੇਵਾ ਕੀਤੀ, ਗੱਲ ਤਾਂ ਉਸ ਸੇਵਾ ਦੀ ਹੈ। ਹੁਣ ਹੈ ਕਿਤੇ ਐਸੇ ਜੀਵਨ ਦੀ ਅੱਜ ਗੱਲ ਨਜ਼ਰ ਆਉਂਦੀ ਸਾਨੂੰ ਆਲੇ ਦੁਆਲੇ? ਨਹੀਂ ਹੈ। ਇਸ ਦਾ ਕਾਰਨ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੇ ਆਖਿਆ, ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਣਾ, ਜਨ ਨਾਨਕ ਇਹ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜਿਹੜਾ ਉਸਤਤ ਤੇ ਨਿੰਦਾ ਦੇ ਦਾਇਰੇ 'ਚ ਰਹਿੰਦਾ ਹੈ ਨਾ, ਉਹਨੂੰ ਮਹਿਸੂਸ ਹੋਏਗੀ, ਕਿਉਂਕਿ ਉਹ ਜੀਂਦਾ ਹੀ ਇਸ ਵਾਸਤੇ ਹੈ। ਹਾਂ, ਸਤਿਗੁਰੂ ਕਹਿਣ ਲੱਗੇ, ਭਾਈ ਜੀ ਆਪਾਂ ਨੂੰ ਬੜੇ ਲੋਕ ਮਿਲੇ ਤਲਵੰਡੀ ਤੋਂ ਤੁਰ ਕੇ ਇੱਥੋਂ ਤੱਕ ਆਉਂਦੇ ਆ, ਜਿਨ੍ਹਾਂ ਘਰਾਂ ਵਿੱਚ ਚੰਗਾ ਸੀ, ਸਹਿੰਦੇ ਸਨ, ਰੱਜ ਕੇ ਖਾਂਦੇ ਸਨ। ਜਦੋਂ ਉਹਨਾਂ ਸਾਨੂੰ ਸੁਲਾ ਮਾਰੀ, ਸਾਡੀ ਸੇਵਾ ਕੀਤੀ, ਉਹ ਜੋ ਆਪ ਛਕਦੇ ਸਨ ਚੰਗਾ, ਉਹ ਸਾਨੂੰ ਛਕਾ ਦਿੱਤਾ।
ਜਿਨ੍ਹਾਂ ਘਰਾਂ ਵਿੱਚ ਗਰੀਬੀ ਸੀ, ਜੋ ਰੁੱਖਾ ਮਿੱਸਾ ਆਪ ਖਾਂਦੇ ਸਨ ਉਹਨਾਂ ਪਰੋਸ ਕੇ ਭਾਈ ਲਾਲੋ ਵਾਂਗ ਸਾਨੂੰ ਦੇ ਦਿੱਤਾ। ਆਪਾਂ ਦੋਵਾਂ ਦੇ ਘਰਾਂ ਦੇ ਵਿੱਚੋਂ ਛਕਿਆ ਤੇ ਸੰਤੁਸ਼ਟੀ ਹੈ ਆਪਾਂ ਨੂੰ, ਆਪਾਂ ਉਹਨਾਂ ਦੇ ਭਲੇ ਲਈ ਦੁਆ ਕੀਤੀ ਹੈ। ਇਸੇ ਤਰ੍ਹਾਂ ਨਾਲ ਜਿਸ ਬੰਦੇ ਦੇ ਮਨ ਅੰਦਰ ਬੁਰਾਈ ਭਰੀ ਪਈ ਹੋਵੇ ਉਹ ਸੰਸਾਰ 'ਚ ਬੁਰਾ ਹੀ ਵੰਡਦਾ ਹੈ। ਜਿਨ੍ਹਾਂ ਦੀਆਂ ਜੇਬਾਂ ਪੱਥਰਾਂ ਨਾਲ ਭਰੀਆਂ ਹੋਣ ਉਹ ਫੁੱਲਾਂ ਦੀ ਵਰਖਾ ਕਿੱਥੋਂ ਕਰ ਲੈਣ। ਤੋ ਜਿਹੜੇ ਬੁਰਾ ਕਹਿੰਦੇ ਨੇ ਨਾ ਉਹਨਾਂ ਤੇ ਤਰਸ ਕਰੋ, ਗੁੱਸਾ ਕਰਨ ਦੀ ਲੋੜ ਨਹੀਂ। ਤਰਸ ਇਸ ਕਰਕੇ ਕਰੋ ਵੀ ਵਿਚਾਰਿਆਂ ਦੇ ਪੱਲੇ ਚੰਗਾ ਹੁੰਦਾ ਤੇ ਚੰਗਾ ਕਹਿੰਦੇ, ਪੱਲੇ ਹੀ ਇਹੋ ਕੁਝ ਹੈ। ਇਸ ਕਰਕੇ ਵਿਚਾਰੇ ਚੰਗਾ ਕਹਿ ਵੀ ਕਿੱਥੋਂ ਲੈਣ, ਕਿਉਂਕਿ ਅੰਦਰੋਂ ਭਰੇ ਹੀ ਗੰਦ ਦੇ ਨਾਲ ਨੇ, ਬੁਰਾਈ ਦੇ ਨਾਲ ਨੇ। ਸੋ ਐਸੇ ਬੰਦਿਆਂ ਦੀ ਇਹ ਭੇਟਾ ਵੀ ਕਬੂਲ ਕਰਨੀ ਚਾਹੀਦੀ ਹੈ। ਉਹਨਾਂ ਦੀ ਇਹ ਕਹੀ ਹੋਈ ਗੱਲ, ਉਹਨਾਂ ਦਾ ਵਤੀਰਾ, ਉਹਨਾਂ ਦਾ ਜੋ ਸੁਭਾਅ, ਉਹਨਾਂ ਦਾ ਜੋ ਰੁਝਾਨ ਹੈ, ਜਿਸ ਤਰ੍ਹਾਂ ਦਾ ਉਹ ਤੁਹਾਡੇ ਨਾਲ ਵਿਹਾਰ ਕਰਦੇ ਨੇ, ਉਹਨਾਂ ਵਾਸਤੇ ਵੀ ਰੱਬ ਦੇ ਚਰਨਾਂ 'ਚ ਹੀ ਕਹਿਣਾ ਚਾਹੀਦਾ, ਮਾਲਕਾ ਇਹਨਾਂ ਨੂੰ ਸੁਮਤ ਬਖਸ਼ੀ, ਇਹ ਕਿਸੇ ਦਾ ਚੰਗਾ ਵੀ ਕਰ ਸਕਣ। ਕਿਉਂਕਿ ਹੈ ਜੋ ਇਹਨਾਂ ਦੇ ਕੋਲ ਵੰਡਣਗੇ ਤੇ ਉਹੀ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ, ਬੀਜੇ ਵੇਖ ਮੰਗਾਏ ਅੰਮ੍ਰਿਤ ਵੇਖੋ ਇਹ ਨਿਆਓ। तो जो अंदर है वही प्रगट होना है ना। हर अंदरला पाप पंचा नु उगा कर वेखा लिया, वो प्रगट हो जाता है। कूड़ ठगी गुजी ना रहे, मुलम्मा पाज रह जाए। मुलम्मे दा पाज आकर कसवटी ते परखिया उतरी जाने, भावें चमकदार बहुत होवे। इस करके दादे ने बाणी दे विच वचन किया, कहने लगे जिहड़े रब्बी गुणां दी कसवटी है बंदे ओहदे उत्ते अपने आप नूं परखदा रहे, पर झूठा ओहदे उत्ते टिक नहीं सकदा। जिहदे अंदर खोट है वो उगड़ जांदा है जदों सच दा शीशा कोई ओहदे सामने कर देवे, ਉਹਦਾ पाप नंगा हो जाता है, ਉਹਦਾ गुनाह संसार दे सामने प्रगट हो जाता है। इसे करके ते बंदा सच दा सामना करन तों भजदा है। सच सुनना भी पसंद नहीं करता, सच बोलना भी पसंद नहीं करता, और सच समझना ते महसूस करना ये तो अगलियां स्टेजां ने, अगली गल है। इथों तो इंसान ने आपे ही दौड़ जाना है। कारण वो नहीं चाहता भी ਉਹਦੇ अंदर दी भैड़ी तस्वीर ਉਹਨੂੰ ਵਿਖਾਈ ਦੇਵੇ, ਉਹਦੇ ਤੇ ਪਰਦੇ ਪਾਉਣ ਉੱਤੇ ਲੱਗਿਆ ਹੋਇਆ ਦਿਨ ਰਾਤ। ਇਸ ਨੂੰ ਮਹਾਰਾਜ ਨੇ ਕਿਹਾ ਧਾਨਕ ਰੂਪ ਰਹਾ ਕਰਤਾਰ, एडा बुरा रूप है मेरा अंदरों। सो शब्द महाराज वरतते ने, कहते कबीर कसौटी राम झूठा टिकै ना कोई। झूठ नाल भरे होए जीवन वाले इस कसवटी ते लाउंदियां सार चढ़ जाते ने। उन्हां नूं गुरमुख, उन्हां नूं भगत नहीं कहा जा सकता। कौन सहिंदा है कसवटी? राम कसौटी सो सह जो मर जीवा होए, जिन्हों मर के जीण दी जाच आ गई है। वो मर के जीण दा अर्थ है शब्द मरो फिर जीवो सद ही, तां फिर मरण ना होई। क्योंकि गुरु सब तो पहला साडे अंदर दे भैड़े जीवन नूं मारदा है, खत्म करदा है, फिर सानू नवा जीवन प्रदान करदा है। ये शब्द असीं वरते ने धन गुरु ग्रंथ साहिब जी दी बाणी दे कई बार संगत नाल साझिया करदिआं। सतगुर कै जन्मे गवन मिटाया, कितनी स्वादली गल है। जदों पांच प्यारे सहबान किसी नूं खंडे की पौल दे के खालसा पंथ का हिस्सा बनाउंदे तां कुछ शब्द वो दोहराउंदे ने, अज तो तुहाडी जात नाश, कुल नाश, किरत नाश, धर्म नाश, कर्म नाश, अज तो तुसी खालसा हो। ये शब्द असीं सुणदे ने। सुन ना सुन दा कारण ये हुंदा है कि सानू पता ही नहीं हुंदा असीं कर की रहे हैं। कुछ असीं भी थोक दे भा ऐसा अमृत वंडिया भी लोगों ने पी पी के एक एक बंदे दे 8-8 रजिस्टरां च नां दर्ज होए पए ने, और असीं अपने डौड़े फरका के छातियां फुला के लोगों नूं दसदे साडे कोलों 8 लाख छक गया। उसे ही 8 लाख दे बाकी 8 रजिस्टरां च भी नां दर्ज ने। ये हालत है। साडे कोल कोई इंसान दे जीवन दी घाट घड़न दा जो पैमाना है गुरबाणी, जो सिद्धांत असीं ओहदी सिक्ख्या ते दित्ती नहीं, उस बाबत असीं गल ही नहीं कीती। 4 दिन ढोलकी खड़काई, 5वें दिन अमृत छकाया, 6वें दिन असीं तुर गए। 10 दिनां पासों जिहड़े जहाज ते असीं चढ़ाया हुंदा है, वो छाल मार के थल्ले उतर जांदा है, क्योंकि साडी स्कूलिंग नहीं। असीं भावुक ते जज्बाती रूप विच ही धर्म वाले पासे मुड़दे हां। सुचेत रूप में इस पासे तुरन दा साडे अंदर मादा नहीं, हौसला नहीं और यतन नहीं। गुरु महाराज कृपा करने अमृत दी, ककारां दी, सिक्खी पहरावे दी बेअदबी खत्म करन दा इको ही ढंग है।
ਫਿਰ ਸਾਨੂੰ ਸੁਚੇਤ ਰੂਪ ਵਿੱਚ ਪਹਿਲਾਂ ਇਸ ਯਤਨ ਕਰਕੇ, ਐਸੀ ਮਿਹਨਤ ਕਰਕੇ ਇਸ ਪਾਸੇ ਲੈ ਆਂਦਾ ਜਾਏ। ਤਾਂ ਸ਼ਬਦ ਜਿਹੜੇ ਉਹ ਵਰਤਦੇ ਨੇ ਵੀ ਖਾਲਸਾ ਹੋਣ ਦਾ ਮਤਲਬ ਹੈ ਤੇਰਾ ਧਰਮ, ਤੇਰਾ ਕਰਮ, ਤੇਰੀ ਕਿਰਤ, ਤੇਰੀ ਕੁੱਲ, ਤੇਰੀ ਜ਼ਾਤ, ਇਹ ਸਭ ਨਾਸ਼ ਨੇ। ਉਹੀ ਖਾਲਸਾ ਖਵਾਉਣ ਦਾ ਹੱਕਦਾਰ ਹੋਇਆ। ਸਾਡਾ ਪਹਿਲਾ ਧਰਮ ਕੀ, ਅਸੀਂ ਕੀ ਰਸਮਾਂ ਕੀਤੀਆਂ, ਛੱਡ ਦਿਓ। ਤੁਹਾਡੇ ਪਹਿਲਾਂ ਕਰਮ ਕਿਹੋ ਜਿਹੇ ਰਹੇ ਨੇ, ਅੱਜ ਤੋਂ ਤੁਸੀਂ ਆਪਣੇ ਕਰਮਾਂ ਨੂੰ ਤਬਦੀਲ ਕਰ ਦੇਣ ਦੇ ਰਾਹ ਤੇ ਪੈ ਗਏ। ਕਿੱਡੇ ਉੱਚੇ ਆਦਰਸ਼ ਦੀ ਗੱਲ ਹੈ, ਕਿੱਡੇ ਉੱਚੇ ਜੀਵਨ ਦੀ ਬਾਤ ਹੈ ਜਿਹੜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡੇ ਕੰਨਾਂ ਵਿੱਚ ਪਾਈ। ਜਿਹੜੀ ਸੱਧ ਉਹਨਾਂ ਨੇ ਦਿੱਤੀ, ਉਹ ਇੱਕ ਨਵਾਂ ਜੀਵਨ ਹੈ, ਉਹ ਇੱਕ ਨਵਾਂ ਮਾਰਗ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਦਾ ਮਕਸਦ ਹੀ ਇਹ ਹੈ, ਸ਼ਬਦ ਮਰੋ ਗੁਰੂ ਦੇ ਉਪਦੇਸ਼ ਰਾਹੀਂ ਹਉਮੈ ਭਾਵ, ਮੰਦੇ ਕਰਮ, ਮਾੜੀ ਜ਼ਿੰਦਗੀ, ਅਗਿਆਨਤਾ, ਭਰਮ, ਇਹ ਛੱਡ ਦੇਣੇ ਨੂੰ ਆਖਿਆ ਮਰ ਜਾਣਾ। ਸ਼ਬਦ ਮਰੋ ਫਿਰ ਜੀਵੋ ਸਦਹੀ, ਫਿਰ ਗੁਰੂ ਦੇ ਸ਼ਬਦ ਵਾਲਾ ਜੀਵਨ ਧਾਰਨ ਕਰੋ। ਇਹੀ ਉਹ ਜੀਵਨ ਹੈ ਜਿਸ ਨੂੰ ਗੁਰਬਾਣੀ ਨੇ ਸਤਿਕਾਰਿਆ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਸੰਸਾਰ ਦੇ ਕਿਸੇ ਬਜ਼ੁਰਗ ਦਾ ਅਸੀਂ ਆਸ਼ੀਰਵਾਦ ਲਈਏ, ਉਹ ਸਾਨੂੰ ਅਸੀਸ ਦਿੰਦੇ ਆ, ਕਹਿੰਦੇ ਜਿਉਂਦਾ ਰਹਿ। ਗੁਰੂ ਵੀ ਇਹੀ ਅਸੀਸ ਦਿੰਦਾ, ਬੰਦਿਆ ਜਿਉਂਦਾ ਰਹਿ। ਪਰ ਤੇਰੇ ਜਿਉਣ ਦਾ ਮੈਂ ਇੱਕ ਸਮਾਨ ਤਿਆਰ ਕੀਤਾ ਹੈ, ਉਹ ਹੈ ਗੁਰੂ ਦਾ ਸ਼ਬਦ। ਇਸ ਸ਼ਬਦ ਨਾਲ ਸਾਂਝ ਬਣਾਏਗਾ, ਆਤਮਿਕ ਜ਼ਿੰਦਗੀ ਸਦਾ ਹੀ ਖੇੜੇ ਵਾਲੀ ਔਰ ਚੜ੍ਹਦੀ ਕਲਾ ਵਾਲੀ ਰਹੇਗੀ। ਗੁਰੂ ਦਾਤਾ ਮਿਹਰ ਕਰੇ ਅਸੀਂ ਇਸ ਜੀਵਨ ਦੇ ਪਾਂਧੀ ਔਰ ਮਾਲਕ ਬਣ ਸਕੀਏ। ਐਸਾ ਜੀਵਨ ਸਾਨੂੰ ਜੋ ਬਾਣੀ ਦੇ ਰਹੀ, ਅਸੀਂ ਪ੍ਰਾਪਤ ਕਰਕੇ ਸਹੀ ਅਰਥਾਂ ਵਿੱਚ ਗੁਰਮੁਖਾਂ ਵਾਲਾ, ਸਹੀ ਅਰਥਾਂ ਵਿੱਚ ਸਿੱਖਾਂ ਵਾਲਾ ਜੀਵਨ ਜੀ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।